जी हाँ, एक बारी फेर प्रोग्राम आतन लैके फायका ते फायजा हाजिर ने। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਨੀਲ ਬਾਰੇ। ਨੀਲ ਜੋ ਕਿ ਨੈਚੁਰਲ ਡਾਈ ਸੀ, ਨੀਲ ਦੀ ਟ੍ਰੇਡ ਦਾ ਪੋਲਿਟਿਕਸ ਤੇ ਕੀ ਅਸਰ ਹੋਇਆ, ਉਹਦਾ ਸਾਡੀ ਜਿਹੜੀ ਇਕੋਨਮੀ ਹੈ ਉਹਦੇ ਤੇ ਕੀ ਅਸਰ ਹੋਇਆ, ਆਮ ਲੋਕਾਂ ਦੇ ਜੀਵਨ ਤੇ ਕੀ ਅਸਰ ਹੋਇਆ। ਤੇ ਫਾਇਜ਼ਾ ਜੀ, ਤੁਹਾਡੇ ਨਾਲ ਅਸੀਂ ਇਸ ਬਾਰੇ ਮਜ਼ੀਦ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਤੇ ਸਾਨੂੰ ਥੋੜਾ ਜਿਹਾ ਨੀਲ ਦੇ ਬੂਟੇ ਬਾਰੇ ਦੱਸੋ। ਨੀਲ ਦਾ ਬੂਟਾ ਓਨੈਸਟਲੀ ਮੈਂ ਨਹੀਂ ਸੀ ਵੇਖਿਆ ਹੋਇਆ, ਮੈਨੂੰ ਨਹੀਂ ਪਤਾ ਉਸ ਬਾਰੇ। ਉਸ ਜਾਣਕਾਰੀ ਜਿਹੜੀ ਹੈ ਸਾਡੇ ਨਾਲ ਸ਼ੇਅਰ ਕਰੋ। ਨੀਲ ਦਾ ਬੂਟਾ ਕੋਈ 2 ਮੀਟਰ ਤੱਕ ਜਾਂਦਾ ਹੈ। ਵੈਸੇ ਇਹਦਾ ਸਾਈਜ਼ ਛੋਟਾ ਵੱਡਾ ਵੀ ਹੁੰਦਾ, ਇਹ ਝਾੜੀ ਜਿਹੀ ਹੁੰਦੀ ਹੈ ਬੇਸਿਕਲੀ। ਤੇ ਇਸ ਦੇ ਪਿੰਕ ਜਾਂ ਵਾਇਲਟ ਜਾਮਨੀ ਜਿਹੇ ਇਸ ਦੇ ਫੁੱਲ ਇਸ 'ਤੇ ਆਉਂਦੇ ਨੇ। ਤੇ ਇਹ ਬਿਲਕੁਲ ਇਸ ਨੂੰ ਵੇਖ ਕੇ ਪਤਾ ਨਹੀਂ ਲੱਗਦਾ ਕਿ ਇਹਦੇ ਵਿੱਚੋਂ ਨੀਲ ਰੰਗ ਜਿਹੜਾ ਉਹ ਐਕਸਟਰੈਕਟ ਹੋ ਸਕਦਾ, ਸ਼ਕਲ ਤੋਂ ਨਹੀਂ ਪਤਾ ਲੱਗਦਾ। ਤੇ ਉਗਣ ਦੇ ਵਿੱਚ ਹੈ ਕਿ ਜ਼ਿਆਦਾਤਰ ਟ੍ਰੋਪੀਕਲ ਥਾਵਾਂ ਤੇ ਜ਼ਿਆਦਾ ਉਗਦਾ ਹੈ। ਤੇ ਇੱਥੇ ਕੋਈ 4000 ਸਾਲ ਤੋਂ ਹੀ ਇਹਦੇ ਬਾਰੇ ਨੋਨ ਹੈ ਕਿ ਇਹਦੇ ਵਿੱਚੋਂ ਨੀਲ ਰੰਗ ਨਿਕਲਦਾ ਹੈ। ਅਲਬત્ਤਾ ਇਹਦੀ ਪਹਿਲੇ ਜਿਹੜੀ ਇਸ ਦੀ ਨੇਟਿਵ ਪਲੇਸ ਕੀ ਹੈ ਜਾਂ ਕਿੱਥੋਂ, ਇਸ ਦੇ ਬਾਰੇ ਇਤਨਾ ਪਤਾ ਨਹੀਂ ਹੈ। ਤੇ ਲੇਕਿਨ ਇੰਡੀਆ ਦੇ ਵਿੱਚ ਇੱਕ ਆਮ ਹੈ, ਬਹੁਤ ਸਾਰੀ ਥਾਵਾਂ ਤੇ, ਲਾਹੌਰ, ਆਗਰਾ, ਅਹਿਮਦਾਬਾਦ, ਰਾਜਸਥਾਨ, ਬਹੁਤ ਸਾਰੀਆਂ ਥਾਵਾਂ ਤੇ ਉਗਦਾ ਹੈ। ਫਾਇਜ਼ਾ ਜੀ, ਲਾਹੌਰ ਦੇ ਵਿੱਚ ਵੀ ਬੜਾ ਮਤਲਬ ਇਹਦਾ ਕੰਮ ਰਿਹਾ ਹੈ, ਬੜਾ ਲਾਹੌਰ ਦੇ ਵਿੱਚ ਵੀ ਉਗਦਾ ਰਿਹਾ ਹੈ। ਤੇ ਲਾਹੌਰ ਦੇ ਵਿੱਚ ਇਹਦੀ ਟ੍ਰੇਡ ਬਾਰੇ ਥੋੜਾ ਜਿਹਾ ਦੱਸੋ। ਲਾਹੌਰ ਵਿੱਚ ਅਸੀਂ ਟ੍ਰੇਡ ਬਹੁਤ ਪੁਰਾਣੀ ਹੈ ਕਿ ਇੰਨੀ ਜ਼ਿਆਦਾ ਟ੍ਰੇਡ ਇੱਥੇ ਰਹੀ ਹੈ ਲਾਹੌਰ ਦੇ ਵਿੱਚ ਇਸ ਦੀ। ਤੇ ਉਸ ਜ਼ਮਾਨੇ ਡੱਚ ਤੇ ਬ੍ਰਿਟਿਸ਼ ਇਹ ਬਹੁਤ ਜ਼ਿਆਦਾ ਇਸ ਟ੍ਰੇਡ ਦੇ ਨਾਲ ਜੁੜੇ ਰਹੇ ਨੇ। ਤੇ ਇੱਥੋਂ ਜ਼ਿਆਦਾ ਜਿਹੜਾ ਇੰਡੀਗੋ ਹੈ ਜਾਂ ਨੀਲ ਰੰਗ ਲਿਜਾਣ ਦੇ ਵਿੱਚ ਬਹੁਤ ਉਹਨਾਂ ਨੇ ਇਤਨਾ ਜ਼ਿਆਦਾ, ਬਲਕਿ ਉਹ ਜ਼ਿਆਦਾ ਕੀਮਤ ਤੇ ਵੀ ਲੈ ਜਾਂਦੇ ਹਨ। ਤੇ ਯਾਨੀ ਉਹਨਾਂ ਚੁੱਕੇ ਉੱਥੇ ਜਾ ਕੇ ਉਹ 4 ਗੁਣੀ ਕੀਮਤ ਜਿਹੜੀ ਹੈ ਉਹ ਵਸੂਲ ਕਰਦੇ ਹਨ। ਇਸ ਕਰਕੇ ਤੁਸੀਂ ਸਮਝੋ ਕਿ ਲਾਹੌਰ ਦੀ ਟ੍ਰੇਡ, ਅਗਰ ਤੁਸੀਂ ਅਕਬਰ ਬਾਦਸ਼ਾਹ ਦਾ ਹਿਸਾਬ ਲਾਓ ਤੇ ਜਿਹੜੀ ਅਕਬਰੀ ਮੰਡੀ ਹੈ ਅਕਬਰ ਦੇ ਨਾਂ ਦੇ ਨਾਲ ਹੈ, ਤੇ ਇੱਥੋਂ ਲੈ ਕੇ ਤੋੜੋ ਤੋੜ ਸਾਹੀਵਾਲ ਤਿੱਕਰ ਨੀਲ ਦਾ ਬੂਟਾ ਉਗਦਾ ਹੈ। ਕਿਉਂਕਿ ਇਹਦੀ ਟ੍ਰੇਡ ਇੰਨੀ ਵਸੀ ਹਾਈ ਉਹਦੀ ਟ੍ਰੇਡ। ਤੇ ਇਹਨੂੰ ਭਿਗਾਉਣਾ, ਸੋਕ ਕਰਨਾ, ਭਿਉਣਾ, ਉਸ ਤੋਂ ਬਾਅਦ ਦੀ ਫਰਮੈਂਟੇਸ਼ਨ ਹੋਣੀ, ਤੇ ਸਾਰੇ ਬੜਾ ਉਹ ਪੂਰਾ ਪ੍ਰੋਸੈਸ ਹੈ ਇਸ ਨੂੰ ਬਣਾਉਣ ਦਾ, ਨੀਲ ਰੰਗ ਬਣਾਉਣ ਦਾ। ਤੇ ਉਸ ਤੋਂ ਬਾਅਦ ਉਹ ਜਿਹੜਾ ਸਾਰਾ, ਉਸ ਤੋਂ ਬਾਅਦ ਉਹਦੀਆਂ ਡਲੀਆਂ ਬਣ ਜਾਣੀਆਂ, ਉਸ ਤੋਂ ਬਾਅਦ ਉਹਨੂੰ ਬੋਰਿਆਂ ਦੇ ਵਿੱਚ ਪਾ ਕੇ ਤੇ ਫਿਰ ਉਹ ਆਗਰੇ ਜਾਣੀਆਂ, ਸੂਰਤ ਜਾਣੀਆਂ। ਤੇ ਜਦੋਂ ਅਕਬਰ ਬਾਦਸ਼ਾਹ ਨੇ ਵੇਖਿਆ ਕਿ ਇਹ ਤੇ ਬਹੁਤ ਹੀ ਇਹਦਾ ਬੜਾ ਮੁਨਾਫਾ ਜੁੜਿਆ ਹੋਇਆ ਇਸ ਤੇ ਉਸਨੇ ਟੈਕਸਿਸ ਇਸ ਤੇ ਬਹੁਤ ਜ਼ਿਆਦਾ ਕਰ ਦਿੱਤੇ। ਉਸ ਜ਼ਮਾਨੇ ਕਰ ਬਹੁਤ ਜ਼ਿਆਦਾ ਲਾ ਦਿੱਤਾ। ਸਾਨੂੰ ਨਿਸ਼ਾਨ ਲੱਭਦੇ ਨੇ ਇਸ ਤਰ੍ਹਾਂ ਕਿ ਅਸੀਂ ਮੇਓ ਹਸਪੀਟਲ ਦੇ ਨਰਸਿੰਗ ਹਾਸਟਲ ਦੇ ਪਿੱਛੇ ਤੇ ਨੀਲਾ ਗੋਬਨ ਦੇ ਪਿੱਛੇ ਹੁੰਦੇ ਆਓ ਤੇ ਫਿਰ ਉੱਥੇ ਤੁਹਾਨੂੰ ਕੁਛ ਕਬਰਿਸਤਾਨ ਲੱਭਦਾ ਹੈ ਜਿੱਥੇ ਬੇਨਾਮੀਆਂ ਕਬਰਾਂ ਵੀ ਹਨ। ਤੇ ਉੱਥੇ ਜਿਹੜੇ ਇੰਡੀਗੋ ਪਲਾਂਟਰਸ ਹਨ ਉਹਨਾਂ ਦੇ ਨਾਂ ਦੀਆਂ ਵੀ ਕਬਰਾਂ ਜਿਹੜੀਆਂ ਹਨ ਉੱਥੇ ਮਿਲਦੀਆਂ, ਬਲਕਿ ਲਿਖਿਆ ਵੀ ਹੋਇਆ ਹੈ ਕੁਛ ਦੇ ਉੱਤੇ। ਤੇ ਇੱਥੋਂ ਪਤਾ ਲੱਗਦਾ ਕਿ ਉਹ ਟ੍ਰੇਡ ਜਿਹੜੀ ਹੈ ਉਹ ਕਿਤਨੀ ਜ਼ਿਆਦਾ ਉਹਦੇ ਵਿੱਚ ਰਹੀ ਹੈ। 1600 ਕੁਛ ਦੀ ਗੱਲ ਹੈ। ਤੇ ਯਾਨੀ ਜਿਹੜੀ ਟ੍ਰੇਡ ਹੈ ਲਾਹੌਰ ਦੇ ਵਿੱਚ ਇਤਨੀ ਭਰਪੂਰ ਟ੍ਰੇਡ ਰਹੀ ਹੈ ਕਿ ਤੁਸੀਂ ਅਗਰ ਆਓ ਲਾਹੌਰੀ ਗੇਟ ਤੋਂ ਤੇ ਟਕਸਾਲੀ ਗੇਟ ਵੱਲ, ਟਕਸਾਲੀ ਗੇਟ ਉਸ ਤਰ੍ਹਾਂ ਤੇ ਹੁਣ ਨਹੀਂ ਰਹਿ ਗਿਆ, ਉਸ ਤੋਂ ਤੁਸੀਂ ਚੌਕ ਚਕਲਾ ਵੀ ਹੁਣ ਉਹਦਾ ਨਾਮ ਉਹਨਾਂ ਨੇ ਬਦਲਤਾ, ਕੁਛ ਹੋਰ ਰੱਖ ਦਿੱਤਾ। ਤੇ ਫਿਰ ਉੱਥੋਂ ਦੀ ਕਰਕੇ ਆਓ ਤੇ ਫਿਰ ਉਹ ਅੰਦਰ ਦੀ ਐਂਟਰ। ਤੇ ਯਾਨੀ ਮੈਂ ਤੁਹਾਨੂੰ ਨਿਸ਼ਾਨ ਦੱਸ ਰਹੀ ਹਾਂ ਕਿ ਇੱਥੇ ਨੀਲ ਗਲੀ ਹੈ, ਫਿਰ ਤੇ ਨੀਲ ਦਾ ਸਾਰਾ ਜਿਹੜਾ ਹੈ ਉਹ ਉੱਥੇ ਕੰਮ ਹੈ। ਇੱਕ ਨੀਲ ਗਲੀ ਹੈ ਤੇ ਇੱਕ ਹੋਰ ਰਖਵਾਂਦੀ ਹੈ, ਥੋੜਾ ਜਿਹਾ ਨਾਂ ਦਾ ਜਿਹੜਾ ਹੈ ਫਰਕ ਹੈ।
ਤੇ ਉਸ ਦੇ ਵਿੱਚ ਗਾਲਿਬਨ ਇੱਕ ਹੋਰ ਸਿਆਣੇ ਨੇ ਲਿਖਿਆ, ਪੁਰਾਣੇ ਬੰਦੇ ਨੇ, ਕਿਸੇ ਟੂਰਿਸਟ ਨੇ, ਕਿ ਇੱਥੇ ਅਗਰ ਅੰਡਾ ਰੱਖ ਦਿਓ ਸਵੇਰੇ ਤੇ ਰਾਤ ਨੂੰ ਅਗਰ ਤੁਸੀਂ ਉਹ ਅੰਡਾ ਆ ਕੇ ਵੇਖੋ ਤੇ ਅੰਡੇ ਦੇ ਵਿੱਚੋਂ ਸਾਰਾ ਰੰਗ ਜਿਹੜਾ ਨੀਲਾ ਨਿਕਲ ਸੀ। ਯਾਨੀ ਉਸ ਦੀ ਜਿਹੜੀ ਇੰਡੀਗੋ ਦੀ ਡਸਟ ਦੀ ਪੈਨੀਟ੍ਰੇਸ਼ਨ ਇਤਨੀ ਡੀਪ ਹੈ ਕਿ ਉਹ ਨੀਲਾ ਜਿਹੜਾ ਹੈ ਹੋ ਜਾਂਦਾ। ਮਾਰਕੋ ਪੋਲੋ ਨੇ ਵੀ ਇੱਥੇ ਜਿਹੜਾ ਇੰਡੀਗੋ ਹੈ ਉਸ ਦਾ ਇਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਨੀਲ ਕਿਸ ਤਰ੍ਹਾਂ ਹੈ ਤੇ ਇਹ ਸਾਰੀ ਚੀਜ਼ਾਂ। ਤੇ ਲਾਹੌਰ ਦੇ ਵਿੱਚ ਯਾਨੀ ਇਤਨੀ ਜ਼ਿਆਦਾ ਦੀ ਤਜਾਰਤ ਰਹੀ ਹੈ ਤੇ ਮੰਡੀਆਂ ਭਰੀਆਂ ਹੋਈਆਂ, ਕਿਸ ਤਰ੍ਹਾਂ ਗੱਡਿਆਂ ਤੇ ਲੱਦ ਲੱਦ ਕੇ ਬੋਰੀਆਂ ਤੋੜੇ ਜਾ ਰਹੇ ਨੇ ਤੇ ਵੱਡੀਆਂ ਮੰਡੀਆਂ ਜਾ ਰਹੇ ਨੇ। ਇਹ ਸਾਰਾ ਲਾਹੌਰ ਦਾ ਉਸ ਵਕਤ ਦਾ ਸੀਨ ਹੈ ਜਿਹੜਾ ਹੁਣ ਅੱਜ ਕਿਸੇ ਨੂੰ ਯਾਦ ਨਹੀਂ ਹੈ। ਫਾਇਜ਼ਾ ਜੀ, ਸੁਣਿਆ ਹੈ ਕਿ ਜਿਹੜਾ ਡੈਨਮ ਨੂੰ ਤੇ ਜੀਨਸ ਨੂੰ ਰੰਗ ਦਿੱਤਾ ਜਾਂਦਾ ਸੀ, ਪੈਂਟ ਪਾਉਣ ਵਾਲੀ ਜਿਹੜੀ ਜੀਨਸ ਹੈ ਜਾਂ ਜੀਨਸ ਕੱਪੜਾ ਹੈ ਜਿਹੜਾ, ਤੇ ਡੈਨਮ ਜਿਹੜਾ ਹੈ ਉਹਨੂੰ ਲਾਹੌਰੋਂ ਹੀ ਉਹਨਾਂ ਨੂੰ ਵੀ ਇਹ ਨੀਲ ਦਾ ਰੰਗ ਜਿਹੜਾ ਹੈ ਜਾਂਦਾ ਸੀ। ਜੀ ਬਿਲਕੁਲ ਸਹੀ ਕਿਹਾ ਸੀ। ਫਰਾਂਸ ਦਾ ਇੱਕ ਸ਼ਹਿਰ ਹੈ ਡੀਨੀਮਸ ਤੇ ਉੱਥੇ ਟੈਕਸਟਾਈਲ ਇੰਡਸਟਰੀ ਬਹੁਤ ਵੱਡੀ ਹੈ, ਉਸ ਜ਼ਮਾਨੇ ਵੀ ਬਹੁਤ ਵੱਡੀ ਆਈ ਤੇ ਉਹਨਾਂ ਵੇਲਿਆਂ ਦੇ ਵਿੱਚ ਤੇ ਉੱਥੋਂ ਫਰਾਂਸ ਤੋਂ ਡੀਨੀਮਸ ਤੋਂ ਕਪੜਾ ਜਾਣਾ ਜਨੀਵਾ ਦੇ ਵਿੱਚ, ਇਟਲੀ ਦੇ ਸ਼ਹਿਰ ਜਨੀਵਾ ਦੇ ਵਿੱਚ, ਤੇ ਜਨੀਵਾ ਦੇ ਦਰਜ਼ੀ ਬਹੁਤ ਮਸ਼ਹੂਰ ਹਨ, ਉੱਥੇ ਉਹ ਕਪੜਾ ਸੀਪਣਾ ਤੇ ਉਸ ਨੂੰ ਜਿਹੜੀ ਡਾਈ ਨਾਲ ਜਿਸ ਨਾਲ ਰੰਗਣਾ ਉਸ ਕੱਪੜੇ ਨੂੰ ਉਹ ਲਾਹੌਰੋਂ ਜਾਂਦਾ ਏ ਤੇ ਤਾਂ ਉਹ ਜੀਨਸ ਬਣੀ। ਤੇ ਉਸ ਨੂੰ ਡੈਨਿਮ ਤੇ ਜੀਨਸ ਵੀ ਨਾ ਉੱਥੋਂ ਆਏ ਤੇ ਪਾਉਂਦੇ ਕੌਣ? ਫੈਕਟਰੀ ਮਜ਼ਦੂਰ, ਆਮ ਕਾਰੀਗਰ, ਬਿਲਕੁਲ ਆਮ ਕਾਮੇ ਜਿਹੜੇ ਨੇ ਜੀਨਸ ਪਾਉਂਦੇ ਹਨ। ਵੈਸੇ ਇਹਦੀ ਜਿਹੜੀ ਹਿਸਟਰੀ ਹੈ ਇਸ ਦੇ ਵਿੱਚ ਜਿਹੜਾ ਮਜ਼ੀਦ ਤੁਸੀਂ ਵੇਖੋ ਕਿ ਜਿਹੜਾ ਅਸੀਂ 2000 ਸਾਲ ਪਹਿਲੇ ਜਾਈਏ ਤੇ ਫਿਰ ਅਗਰ ਅਸੀਂ ਇਜਿਪਟ ਦੀ ਗੱਲ ਕਰੀਏ ਤੇ ਇਜਿਪਟ ਦੇ ਜਿਹੜੇ ਪੈਰਾਮਿਡਸ ਹਨ ਜਿੱਥੇ ਮਮੀਜ਼ ਪ੍ਰੀਜ਼ਰਵ ਹੋਈਆਂ ਹਨ, ਉੱਥੇ ਵੀ ਅਗਰ ਤੁਸੀਂ ਵੇਖੋ ਤੇ ਅਜਰਕ ਤੇ ਉੱਥੇ ਜਿਹੜਾ ਨੀਲ ਦਾ ਜਿਹੜਾ ਡਾਇਡ ਹੈ ਕਪੜਾ ਹੈ ਉਹ ਅਜਰਕ ਜਿਹੜੀ ਹੈ ਉਹ ਉੱਥੇ ਵੀ ਲੱਭਦੀ ਹੈ। ਯਾਨੀ ਅਰਬਾਂ ਤੋਂ ਇਹ ਕਿਸ ਤਰ੍ਹਾਂ ਇੱਥੋਂ ਕਿਸ ਤਰ੍ਹਾਂ ਅਰਬ ਤੱਕ ਤੇ ਇਜਿਪਟ ਤੱਕ ਹੈ ਸਾਰਾ ਰੰਗ ਦਾ ਸਾਰਾ ਸਿਲਸਿਲਾ ਅਪੜਿਆ ਹੈ। ਅਸਲ ਦੇ ਵਿੱਚ ਜਿਹੜੀ ਵੈਸੇ ਤਾਂ ਸਕਾਟਲੈਂਡ ਦੇ ਵਿੱਚ ਇੱਕ ਵੋਰਡ ਨਾਂ ਦੀ ਵੀ ਹੈ ਪਲਾਂਟ ਹੈ, ਲੇਕਿਨ ਉਸ ਦਾ ਰੰਗ ਇਤਨਾ ਪੱਕਾ ਨਹੀਂ ਹੈ ਜਿਸ ਤਰ੍ਹਾਂ ਕਿ ਇਸ ਨੀਲ ਦਾ ਰੰਗ ਜਿਹੜਾ ਹੈ ਉਹ ਇੰਨਾ ਪੱਕਾ ਹੈ। ਉਸ ਦਾ ਰੰਗ ਪੱਕਾ ਨਹੀਂ, ਉਸ ਦੇ ਵਿੱਚ ਮਸਲਾ ਇਹ ਹੈ ਤੇ ਜਿਸ ਵਜ੍ਹਾ ਤੋਂ ਪੂਰਾ ਪਪੂਲਰ ਨਾ ਹੋ ਸਕਿਆ ਪੂਰਾ ਜਿਹੜਾ ਯੂਰਪ ਹੈ ਉਹ ਜਿਹੜਾ ਇੰਡੀਆ ਦੇ ਵਿੱਚ ਉਗਦਾ ਹੈ ਜੋ ਨੀਲ ਉਗਦਾ ਹੈ ਉਸ ਦਾ ਦੀਵਾਨਾ ਹੈ, ਸਮਝੋ ਪਾਗਲ ਹੈ ਉਹਦੇ ਪਿੱਛੇ। ਤੇ ਫਿਰ ਤੁਸੀਂ ਸੋਚ ਸਕਦੇ ਹੋ ਕਿ ਉਹਦੀ ਟ੍ਰੇਡ ਜਿਹੜੀ ਹੈ ਉਹ ਕਿਤਨੀ ਲਾਹੇਵੰਦ ਹੋ ਸਕਦੀ ਹੈ ਉਹਨਾਂ ਦੇ ਵਾਸਤੇ। ਇਸ ਕਰਕੇ ਇਹ ਸਾਰਾ ਇਸ ਤਰ੍ਹਾਂ ਚੱਲਦਾ ਰਿਹਾ। ਫਾਇਜ਼ਾ ਜੀ, ਵੈਸੇ ਤੇ ਅਸੀਂ ਨੀਲ ਇਹਨੂੰ ਕਹਿੰਦੇ ਰਹਿੰਦੇ ਆ, ਲੇਕਿਨ ਇਹਦਾ ਕੋਈ ਸਾਇੰਟਿਫਿਕ ਨਾਮ ਹੀ ਹੈ, ਉਹ ਸਾਇੰਟਿਫਿਕ ਨਾਮ ਬਾਰੇ ਵੀ ਥੋੜੀ ਜਾਣਕਾਰੀ ਦਿਵੋ। ਜੀ ਇੰਡੀਗੋ ਫਰਾ ਟਿੰਕਟੋਰੀਆ ਦਾ ਸਾਇੰਟਿਫਿਕ ਨਾਮ ਹੈ। ਵੈਸੇ ਬੀਨਸ ਫੈਮਿਲੀ ਤੋਂ ਇਹਦਾ ਤਾਲੁਕ ਹੈ ਤੇ ਜਿਹੜਾ ਇੰਡੀਗੋ ਹੈ ਵਰਡ ਇਹਦਾ ਜਿਹੜਾ ਓਰੀਜਨ ਹੈ ਉਹ ਗ੍ਰੀਸ ਤੋਂ ਹੈ, ਗ੍ਰੀਕ ਹੈ ਦਾ ਰੂਟ ਤੇ ਇੰਡੀਆ ਦਾ ਵੀ ਰੂਟ, ਇਹ ਸਾਰੇ ਆਪਸ ਦੇ ਵਿੱਚ ਰਲਦੇ ਮਿਲਦੇ ਹਨ। ਤੇ ਸਾਡੇ ਵੱਲ ਜਿਸ ਤਰ੍ਹਾਂ ਨੀਲਾ ਹੈ, ਜਿਸ ਤਰ੍ਹਾਂ ਮਲੇਸ਼ੀਆ ਦੇ ਵਿੱਚ ਵੀ ਨੀਲਾ ਹੀ ਆਖਦੇ ਨੇ, ਈਰਾਨ ਦੇ ਵਿੱਚ ਕੁਛ ਹੋਰ ਨਾਂ ਹੈ, ਮਤਲਬ ਮੁਖਲਿਫ ਥਾਵਾਂ ਤੇ ਇਹਦੇ ਡਿਫਰੈਂਟ ਮੁਖਲਿਫ ਨਾਂ ਹਨ। ਇੱਕ ਗੱਲ ਜਿਹੜੀ ਮੈਂ ਤੁਹਾਨੂੰ ਸ਼ਾਇਦ ਦੱਸਣਾ ਭੁੱਲ ਗਈ ਹਾਂ, ਕ੍ਰਿਸਟੋਫਰ ਕੋਲੰਬਸ ਦੀ ਮੈਂ ਗੱਲ ਕੀਤੀ ਹੈ, ਮੈਨੂੰ ਯਾਦ ਨਹੀਂ ਹੈ ਕਿ ਕ੍ਰਿਸਟੋਫਰ ਕੋਲੰਬਸ ਦੇ ਜਿਹੜੇ ਜਹਾਜ਼ ਦਾ ਕੈਨਵਸ ਹੈ ਸਾਰਾ ਉਹ ਵੀ ਨੀਲ ਦੇ ਰੰਗ ਨਾਲ ਰੰਗਿਆ ਹੋਇਆ ਹੈ। ਉਹ ਵੀ ਕਹਿੰਦੇ ਨੇ ਕਿ ਲਾਹੌਰ ਦੇ ਨੀਲ ਦੇ ਨਾਲ ਰੰਗਿਆ ਹੋਇਆ ਹੈ ਤੇ ਬਹਰਹਾਲ ਇਹਦੇ ਬਾਰੇ ਕੋਈ ਪੱਕਾ ਸਬੂਤ ਸਾਡੇ ਕੋਲ ਨਹੀਂ ਹੈ। ਤੇ ਅਸੀਂ ਜਿਹੜੀ ਹੁਣ ਨੀਲ ਦੀ ਟ੍ਰੇਡ ਦੀ ਗੱਲ ਕਰ ਰਹੇ ਹਾਂ ਜਾਂ ਇਹ ਇਤਨੀ ਸਿੰਪਲ ਗੱਲ ਨਹੀਂ ਹੈ, ਇਤਨੀ ਸਾਦਾ ਗੱਲ ਨਹੀਂ ਹੈ ਕਿ ਇੱਥੋਂ ਦੇ ਜਿਹੜੇ ਜਿਸ ਤਰ੍ਹਾਂ ਲਾਹੌਰ ਦੇ ਵਿੱਚੋਂ ਜਿਹੜੇ ਬਾਅਦ ਦੇ ਵਿੱਚ ਜਿਹੜੇ ਸਪਾਈਸਿਸ ਹਨ ਉਹ ਇਹਨਾਂ ਨੇ ਸਾਊਥ ਤੋਂ ਲੈਣੇ ਸ਼ੁਰੂ ਕੀਤੇ, ਲਾਹੌਰ ਤੋਂ ਕਾਟਨ ਲੈਣੀ ਸ਼ੁਰੂ ਕੀਤੀ ਜਿਹੜੇ ਯੂਰਪੀਅਨਸ ਹਨ। ਤੇ ਲੇਕਿਨ ਇਸ ਤੋਂ ਪਹਿਲਾਂ ਅਸੀਂ ਸ਼ਾਹਜਹਾਂ ਦੀ ਗੱਲ ਕਰ ਲਈ ਕਿ ਸ਼ਾਹਜਹਾਂ ਨੇ 1633 ਦੇ ਵਿੱਚ ਫਰਮਾਨ ਜਿਹੜਾ ਉਹ ਜਾਰੀ ਕੀਤਾ ਕਿ
ਜਿਹੜੀ ਸਟੇਟ ਜਿਹੜੀ ਇੰਡੀਗੋ ਤੇ ਸਟੇਟ ਮੋਨੋਪਲੀ ਹੋਏਗੀ ਤੇ 3 ਸਾਲ ਵਾਸਤੇ ਉਹਨੇ ਕੰਟਰੈਕਟ ਜਿਹੜਾ ਮਨੋਹਰ ਦਾਸ ਨੂੰ ਦੇ ਦਿੱਤਾ। ਉਸ ਦੀ ਬਹੁਤ ਵੱਡੀ ਦੁਕਾਨ ਆਈ ਲਾਹੌਰੀ ਦਰਵਾਜ਼ੇ, ਤੇ ਉੱਥੋਂ ਉਹ ਆਗਰੇ ਤੇ ਅਹਿਮਦਾਬਾਦ ਤੇ ਸੂਰਤ ਘੱਲਦਾ ਰਿਹਾ ਗੱਡਾਂ ਬਣਾ ਕੇ ਸਾਰੀਆਂ ਮਨੋਹਰ ਦਾਸ। ਪਰ ਜਿਹੜਾ ਉਹਨਾਂ ਨੇ ਡੱਚ ਨੇ ਤੇ ਬ੍ਰਿਟਿਸ਼ ਨੇ ਤੇ ਜਿਹੜਾ ਯੂਰਪੀਅਨਸ ਨੇ ਇਕੱਠ ਬਣਾਇਆ, ਉਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਸ਼ਾਹਜਹਾਂ ਨੂੰ, ਤੇ ਅਖੀਰ ਉਹ ਸ਼ਾਹਜਹਾਂ ਉਸ ਪ੍ਰੈਸ਼ਰ ਥੱਲੇ ਆ ਗਿਆ। ਯਾਨੀ ਤੁਸੀਂ ਯਾਨੀ ਮੈਂ ਇਹ ਪੁਆਇੰਟ ਬਣਾਉਣਾ ਚਾਹ ਰਹੀ ਹਾਂ ਕਿ ਕੋਲੋਨਾਈਜੇਸ਼ਨ ਦਾ ਜਿਹੜਾ ਬੀ ਹੈ ਉਹ ਇੱਥੇ ਹੀ ਬੀਜਿਆ ਗਿਆ, ਤੇ ਉਸ ਤੋਂ ਬਾਅਦ ਉਹ ਐਕਸਟੈਂਡ ਹੋ ਗਿਆ ਉਹਨਾਂ ਸਾਰੀਆਂ ਸ਼ੈਵਾਂ ਤਿਕਰ, ਜਿਸ ਤਰ੍ਹਾਂ ਲਾਹੌਰ ਤੋਂ ਤਾਂ ਸਿੱਧੀ ਕਾਟਨ ਦਾ ਉਹਨਾਂ ਦਾ ਲਾਹੌਰ ਦੀ ਮੰਡੀ ਤੋਂ ਜਾਂਦੀ ਰਹੀ, ਤੇ ਇਸ ਤਰ੍ਹਾਂ ਜਿਹੜਾ ਸਪਾਈਸ ਹੈ ਉਹ ਵੀ ਸਾਊਥ ਤੋਂ ਜਾਂਦਾ ਰਿਹਾ। ਤੇ ਇਹਨਾਂ ਇਸ ਗੱਲ ਦੇ ਬਾਰੇ ਵੇਰਵਾ ਕੀਤਾ ਹੋਇਆ ਮਜੀਦ ਸ਼ੇਖ ਹੋਰਾਂ ਨੇ ਵੀ, ਤੇ ਹੋਰ ਹਿਸਟੋਰੀਅਨਸ ਨੇ ਵੀ ਇਹਦਾ ਵੇਰਵਾ ਕੀਤਾ ਹੋਇਆ। ਅਸੀਂ ਮੋਟੀ ਗੱਲ ਕਰ ਰਹੇ ਹਾਂ, ਤੇ ਇਹ ਸਾਰੀ ਚੀਜ਼ ਜਿਹੜੀ ਹੈ ਫਿਰ ਅੱਗੇ ਚਲੋ ਇਸ ਗੱਲ ਤੋਂ, ਇਸ ਉਹਨਾਂ ਦੀ ਜਿਹੜੀ ਭੁੱਖ ਹੈ ਨੀਲ ਦੀ, ਤੇ ਚੂँਕਿ ਉੱਥੇ ਇੰਡਸਟਰੀਅਲ ਰੈਵੋਲੂਸ਼ਨ ਹੁਣ ਆ ਗਿਆ ਯਾਨੀ ਇੰਗਲੈਂਡ ਦੇ ਵਿੱਚ, ਤੇ ਉਹਨਾਂ ਨੂੰ ਨੀਲ ਚਾਹੀਦਾ ਹੀ ਚਾਹੀਦਾ, ਕੱਪੜਾ ਬਣ ਰਿਹਾ, ਤੇ ਉਹਨਾਂ ਨੇ ਡਾਈ ਕਿਹਦੇ ਨਾਲ ਕਰਨੇ, ਹਾਲੇ ਤੱਕ ਸਿੰਥੈਟਿਕ ਡਾਈ ਨਹੀਂ ਬਣੀ ਹੈ, ਰੰਗਣ ਵਾਲੀ ਕੋਈ ਸ਼ੈ ਨਹੀਂ ਹੈ, ਤੇ ਉਹਨਾਂ ਦੇ ਉੱਤੇ ਜ਼ਿੰਦਗੀ ਮੌਤ ਦਾ ਸਵਾਲ ਹੈ ਕਿ ਹੁਣ ਅਸੀਂ ਉਹ ਕਿਸ ਤਰ੍ਹਾਂ ਬਾਕੀ ਕੌਮਾਂ ਨੂੰ ਕਿਸ ਤਰ੍ਹਾਂ ਜ਼ਲੀਲ ਕਰ ਰਹੇ ਨੇ, ਕਿਸ ਤਰ੍ਹਾਂ ਆਪਣੇ ਫਾਇਦੇ ਦੇ ਵਾਸਤੇ। ਤੇ ਫਿਰ ਉਹਨਾਂ ਨੂੰ ਜਿਹੜਾ ਅਗਲੀ ਅਪਰਚੁਨਿਟੀ ਮਿਲਦੀ ਹੈ 1777 ਦੇ ਵਿੱਚ, ਜਦੋਂ ਉਹ ਆਉਂਦੇ ਨੇ ਬੰਗਾਲ ਦਾ ਸਾਰਾ ਸਿਲਸਿਲਾ ਜਦੋਂ ਹੁੰਦੇ ਨੇ, ਜਦੋਂ ਬੰਗਾਲ ਦੇ ਜਿਹੜੇ ਨਵਾਬ ਇਹਨਾਂ ਨੂੰ ਰਸਤਾ ਦਿੰਦੇ ਨੇ, ਤੇ ਉੱਥੇ ਜੋ ਇਹ ਕਿਸਾਨਾਂ ਦੇ ਨਾਲ ਕਰਦੇ ਨੇ ਉੱਥੋਂ ਦੇ, ਤੇ ਉਹ ਇੱਕ ਬਹੁਤ ਵੱਡੀ ਬੜੇ ਵੱਡੇ ਲੈਵਲ ਤੇ ਉਹਨਾਂ ਨੇ ਉੱਥੇ ਇੰਡੀਗੋ ਜਿਹੜਾ ਹੈ ਇੰਡੀਗੋ ਕ੍ਰੌਪ ਉਗਾਉਣੀ ਸ਼ੁਰੂ ਕਰ ਦਿੱਤੀ। ਕਿਸਾਨਾਂ ਨੂੰ ਮਨਾ ਕਰ ਦਿੱਤਾ ਕਿ ਉਹ ਜਿਹੜੀਆਂ ਫੂਡ ਕ੍ਰੌਪਸ ਹਨ ਉਹ ਨਹੀਂ ਉਗਾਉਣਗੇ, ਤੇ ਉਹਨਾਂ ਨੇ ਫੂਡ ਕ੍ਰੌਪਸ ਉਗਾਉਣੀਆਂ ਬੰਦ ਕਰ ਦਿੱਤੀਆਂ। ਫਿਰ ਉੱਥੇ ਇਹ ਪਲਾਂਟਰਸ ਬਣ ਕੇ ਗਏ, ਇਹ ਪਲਾਂਟਰਸ ਅਖਵਾਉਂਦੇ ਹਨ। ਇਹ ਦੋ ਤਰੀਕੇ ਦਾ ਉੱਥੇ ਸਿਲਸਿਲਾ ਹੈ, ਕੁਛ ਉਹਨਾਂ ਦੀਆਂ ਆਪਣੀਆਂ ਜ਼ਮੀਨਾਂ ਹਨ, ਕੁਛ ਇਹ ਕਿਰਾਏ 'ਤੇ ਦਿੰਦੇ ਹਨ, ਤੇ ਉਸ ਦੇ ਵਿੱਚ ਇਹਨਾਂ ਨੇ ਲੋਨ ਦੇਣੇ ਉਹਨਾਂ ਕਿਸਾਨਾਂ ਨੂੰ ਲੋਨ ਦੇਣੇ, ਤੇ ਲੋਨ ਹਾਈ ਇੰਟਰਸਟ ਰੇਟ 'ਤੇ ਦੇਣੇ। ਉਹਨਾਂ ਨੇ ਜਿਹੜੀ ਫਸਲ ਵਾਪਸ ਕਰਨੀ, ਉਸ ਦੇ ਵਿੱਚ ਵੀ ਉਹਨਾਂ ਦਾ ਲੋਨ ਹੋਰ ਵਧਿਆ ਹੋਇਆ ਹੋ ਜਾਣਾ, ਉਹਨਾਂ ਦੇ ਕਿਸੇ ਕੰਮ ਨਾ ਆਉਣਾ, ਨਾ ਉਹ ਫੂਡ ਉਗਾ ਰਹੇ। ਯਾਨੀ ਗਰੀਬ ਕਿਸਾਨਾਂ ਨੂੰ ਹਾਲੋ ਬੇਹਾਲ ਕਰ ਦਿੱਤਾ ਇਹਨਾਂ ਨੇ, ਸਾਰੇ ਦਾ ਸਾਰਾ ਪੂਰਾ। ਇਹਨੂੰ ਨੀਲ ਵਿਦਰੋਹ ਵੀ ਕਹਿੰਦੇ ਨੇ, ਜਿਹੜੀ ਅੱਗੇ ਚੱਲ ਕੇ ਮੂਵਮੈਂਟ ਜਿਹੜੀ ਹੈ ਉਭਰੀ ਹੈ। ਜੀ ਮੈਂ ਇਹ ਜਾਣਨਾ ਚਾਹ ਰਹੀ ਸੀ ਕਿ ਬੰਗਾਲ ਦੇ ਵਿੱਚ ਵੀ ਰੈੱਡ ਤੇ ਨਹੀਂ ਲੇਕਿਨ ਬਲੂ ਰੈਵੋਲੂਸ਼ਨ ਆਇਆ, ਇਹਦੇ ਤੇ ਵੀ ਚਾਨਣ ਥੋੜਾ ਜਿਹਾ ਪਾਓ ਜੀ। ਉਹੀ ਮੈਂ ਗੱਲ ਕਰ ਰਹੀ ਹਾਂ ਕੰਟੀਨਿਊ, ਕਿ ਕਿਸ ਤਰ੍ਹਾਂ ਕਰਕੇ ਫਿਰ ਉਹਨਾਂ ਨੇ ਪਲਾਂਟਰਸ ਨੇ ਉਹਨਾਂ ਜ਼ਮੀਨਾਂ 'ਤੇ ਵੀ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ, ਤੇ ਕਿਸਾਨਾਂ ਨੇ ਖੁਦਕੁਸ਼ੀਆਂ ਕਰਨ ਲੱਗ ਪਏ, ਕਿਉਂਕਿ ਉਹਨਾਂ ਦਾ ਲੋਨ ਚੁਕਾ ਹੀ ਨਾ ਸਕਦੇ ਹਨ, ਤੇ ਉੱਥੇ ਇਤਨੀ ਜ਼ਿਆਦਾ ਲੰਬੀ ਗੜਬੜ ਹੋ ਗਈ। ਤੇ ਹੁਣ ਇਹ ਜਿਹੜਾ ਪੁਆਇੰਟ ਹੈ, ਇਸ ਪੁਆਇੰਟ 'ਤੇ ਇਹ ਗੱਲ ਹੈ 1859 ਦੀ। ਹੁਣ ਅੱਗੇ ਜਿਹੜੇ ਸੀ ਇੰਡੀਗੋ ਮੂਵਮੈਂਟ ਦੀ ਗੱਲ ਕਰ ਰਹੇ ਹਾਂ, 1857 ਲੱਗ ਚੁੱਕੀ ਹੈ, 1857 ਦੀ ਇੰਡੀਅਨ ਮਿਊਟਨੀ ਹੋ ਚੁੱਕੀ ਹੈ, ਤੇ ਅੰਗਰੇਜ਼ ਵੀ ਹੁਣ ਬੜਾ ਕਲੋਜ਼ਲੀ ਵਾਚ ਕਰ ਰਿਹਾ ਕਿ ਕੀ ਹੋਏਗਾ। ਇਸ ਸੂਰਤ ਹਾਲ ਦੇ ਵਿੱਚ ਉਹ ਫੁੱਟਦੀ ਹੈ, ਉਸ ਜਿਹੜਾ ਕਿਸਾਨ ਹੈ ਉੱਠ ਖੜਾ ਹੁੰਦਾ, ਉਸ ਦੇ ਵਿੱਚ ਕਈ ਚੀਜ਼ਾਂ ਦਾ ਰੋਲ ਹੈ। ਇੱਕ ਤੇ ਬੰਗਾਲੀ ਜਿਹੜੀ ਪੜ੍ਹੀ ਲਿਖੀ ਕਲਾਸ ਹੈ, ਇੰਟੈਲੈਕਚੁਅਲ ਕਲਾਸ ਹੈ, ਉਹ ਕਿਸਾਨਾਂ ਦੇ ਹੱਕ ਵਿੱਚ ਆ ਕੇ ਖਲੋ ਗਈ ਹੈ। ਉਹਨਾਂ ਨੇ ਆਰਟੀਕਲਸ ਲਿਖ ਰਹੇ ਨੇ, ਉਸ ਤੋਂ ਬਾਅਦ ਉਹ ਹੋਰ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ। ਜਿਹੜੇ ਉੱਥੋਂ ਦੇ ਬੜੇ ਵੱਡੇ ਸੂਝਵਾਨ ਤੇ ਇੰਟੈਲੈਕਚੁਅਲ ਹਨ, ਜਿਸ ਤਰ੍ਹਾਂ ਹਰੀਸ਼ ਚੰਦਰ ਮੁਖਰਜੀ, ਉਹਨਾਂ ਨੇ ਦ ਹਿੰਦੂ ਪੈਟਰੀਅਟ ਦੇ ਵਿੱਚ ਮਜ਼ਮੂਨ ਲਿਖੇ ਤੇ ਪੂਰੀ ਗੱਲ ਨੂੰ ਸਮਝਾਇਆ। ਹੋਰ ਵੀ ਲੋਕਾਂ ਨੇ ਬੜੇ ਮਜ਼ਮੂਨ ਲਿਖੇ, ਤੇ ਇਹਦੇ ਵਿੱਚ ਜਿਹੜੀ ਜ਼ਮੀਂਦਾਰ ਵੱਡੇ ਜ਼ਮੀਂਦਾਰ ਤਗੜੇ ਜ਼ਮੀਂਦਾਰਾਂ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ, ਤੇ ਜਿਹੜੀ ਮਿਡਲ ਕਲਾਸ ਹੈ ਉਹਨੇ ਸਾਥ ਦਿੱਤਾ ਕਿਸਾਨਾਂ ਦਾ।
ਤੇ ਇਹਦੇ ਵਿੱਚ ਜਿਹੜੀ ਬੰਗਾਲੀ ਕੌਨਸ਼ੀਅਸਨੈਸ ਹੈ, ਜਿਹੜੀ ਸਾਨੂੰ ਸਮਝ ਆਉਂਦੀ ਹੈ ਕਿ ਕਿਤਨੇ ਕੌਨਸ਼ੀਅਸ ਹੋਏ ਸਾਰੇ ਪ੍ਰੋਸੈਸ ਦੇ ਵਿੱਚ। ਤੇ ਉਸ ਤੋਂ ਬਾਅਦ ਫਿਰ ਦੀਨਾ ਬੰਧੂਆ ਮਿੱਤਰਾ ਨੇ ਇੱਕ ਡਰਾਮਾ ਲਿਖਿਆ ਨੀਲ ਦਰਪਣ ਦੇ ਨਾਂ ਤੋਂ। ਤੇ ਉਹ ਨੀਲ ਦਰਪਣ ਡਰਾਮੇ ਨੇ ਜਦੋਂ ਕੀਤਾ ਗਿਆ ਤੇ ਉਹਨੇ ਧੂਮਾਂ ਮਚਾ ਦਿੱਤੀ, ਬੜਾ ਨਾਂ ਚੱਲਿਆ ਉਹਦਾ। ਉਹਦੇ ਦੋ ਐਸਪੈਕਟਸ ਹਨ ਕਿ ਜਿਹੜੇ ਲੋਕ ਤੇ ਇਸ ਸਾਰੀ ਗੱਲ ਦੇ ਖਿਲਾਫ ਹੋਏ ਤੇ ਇਸ ਗੱਲ ਦੇ ਉਹਨਾਂ ਨੇ ਕਿਹਾ ਕਿ ਜੀ ਇਹ ਉਹ ਡਰਾਮਾ ਹੈ ਜਿਸ ਨੇ ਕਲਾਸ ਕੌਨਫਲਿਕਟ ਜਿਹੜਾ ਹੈ ਵਧਾ ਦਿੱਤਾ ਹੈ ਤੇ ਕਲਾਸਾਂ ਵਿਚਕਾਰ ਜਿਹੜੀ ਇਹ ਵੰਡ ਪੈਦਾ ਕੀਤੀ ਹੈ। ਇਹ ਕ੍ਰਿਟਿਸਿਜ਼ਮ ਸ਼ਾਇਦ ਉਹਦੀ ਐਪਰੀਸੀਏਸ਼ਨ ਵੀ ਹੈ। ਇਸ ਤਰ੍ਹਾਂ ਐਪਰੀਸੀਏਸ਼ਨ ਹੈ ਕਿ ਤੁਸੀਂ ਇਹ ਦੂਸਰੇ ਪਾਸੇ ਇਹ ਕਹਿ ਸਕਦੇ ਹੋ ਕਿ ਉਸਨੇ ਉਸ ਪਲੇ ਨੇ ਉਹ ਕੌਨਫਲਿਕਟਸ ਤੇ ਉਹਨਾਂ ਨੂੰ ਪ੍ਰੋਮੀਨੈਂਟ ਕੀਤਾ, ਉਹਨਾਂ ਨੂੰ ਉਜਾਗਰ ਕੀਤਾ, ਨੁਮਾਇਆਂ ਕੀਤਾ ਕਿ ਇਹ ਹਨ ਤੇ ਇਹ ਇਸ ਤਰ੍ਹਾਂ ਸੁਸਾਇਟੀ ਤੇ ਵੰਡੀ ਹੋਈ ਹੈ। ਇਸ ਤਰ੍ਹਾਂ ਕਿਸਾਨ ਜਿਹੜੇ ਹਨ ਉਹ ਉਹਨਾਂ ਨੂੰ ਨਿਸ਼ਾਨਾ ਬਣੇ ਹੋਏ ਨੇ ਆਪਰੇਸ਼ਨ ਦਾ। ਤੇ ਇਹ ਸਾਰਾ 1833 ਦਾ ਜਿਹੜਾ ਐਕਟ ਅੰਗਰੇਜ਼ਾਂ ਨੇ ਬਣਾਇਆ, ਇਹ ਉਹ ਬਹੁਤ ਹੀ ਜਿਹੜਾ ਓਪਰੈਸਰਸ ਦਾ ਸਾਥ ਦਿੰਦਾ ਹੈ ਇਹ ਐਕਟ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਉਸ ਦੇ ਨਾਲ ਜੁੜੀਆਂ ਹੋਈਆਂ ਹਨ। ਸੋ ਅਗਰ ਅਸੀਂ ਇਸ ਨੂੰ ਉਸ ਪਰਸਪੈਕਟਿਵ ਵਿੱਚ ਵੀ ਰੱਖੀਏ ਕਿ 1857 ਕਿਵੇਂ ਲੱਗੀ ਹੈ ਤੇ 1859 ਦੇ ਵਿੱਚ ਹੀ ਇਹ ਹੋ ਰਿਹਾ। ਨੀਲ ਦਰਪਣ ਵੀ 1858 ਤੇ 59 ਦੇ ਵਿੱਚ ਲਿਖਿਆ ਜਾ ਰਿਹਾ ਤੇ ਸਟੇਜ ਹੋ ਰਿਹਾ। ਫਿਰ ਇੱਕ ਗਰੀਸ਼ ਚੰਦਰ ਹਨ ਜਿਨ੍ਹਾਂ ਨੇ ਬਾਅਦ ਦੇ ਵਿੱਚ ਨੀਲ ਦਰਪਣ ਦੀ ਪਪੂਲੈਰਿਟੀ ਤੋਂ ਉਹ ਬਹੁਤ ਮੁਤਾਸਰ ਹੋਏ ਤੇ ਉਹਨਾਂ ਨੇ ਫਿਰ ਜਿਹੜਾ ਨੈਸ਼ਨਲ ਥੀਏਟਰ ਦੀ ਬੁਨਿਆਦ ਰੱਖੀ ਕੈਲਕਟਾ ਦੇ ਵਿੱਚ। ਉੱਥੇ 1872 ਦੇ ਵਿੱਚ ਉਹਨਾਂ ਨੇ ਤੇ ਉਸ ਤੋਂ ਬਾਅਦ ਉੱਥੇ ਥੀਏਟਰ ਦਾ ਜਿਹੜਾ ਹੈ ਦੌਰ ਸ਼ੁਰੂ ਹੋਇਆ। ਯਾਨੀ ਤੇ ਫਿਰ ਇੰਡੀਗੋ ਕਮਿਸ਼ਨ ਬਣਿਆ ਤੇ ਇੰਡੀਗੋ ਕਮਿਸ਼ਨ ਨੇ ਇਸ ਦੇ ਬਾਰੇ ਦੱਸਿਆ ਕਿ ਜਿਹੜਾ ਜੋ ਕੁਝ ਉੱਥੇ ਹੋ ਰਿਹਾ ਬੰਗਾਲੀਆਂ ਦੇ ਨਾਲ। ਤੇ ਸੋ ਇਹ ਜਿਹੜੀ ਗੱਲ ਹੈ ਸਾਰੀ ਦੀ ਸਾਰੀ, ਸਾਨੂੰ ਇਸ ਗੱਲ ਤੋਂ ਜ਼ਰੂਰੀ ਹੈ ਸਮਝਣਾ ਕਿ ਅਸੀਂ ਸਿਰਫ ਇਸ ਸਾਰੀ ਗੱਲ ਨੂੰ ਇਸ ਤਰ੍ਹਾਂ ਨਾ ਲਈਏ ਕਿ ਟ੍ਰੇਡ ਦੇ ਨਾਲ ਜੁੜੀ ਹੋਈ ਗੱਲ ਹੈ ਜਾਂ ਸਿਰਫ ਹੈ ਇਸ ਤਰ੍ਹਾਂ ਇਕੋਨਮੀ ਦੇ ਨਾਲ ਜੁੜੀ ਹੋਈ ਗੱਲ ਹੈ ਜਾਂ ਐਕਸਪਲੋਇਟੇਸ਼ਨ ਦੇ ਨਾਲ ਜੁੜੀ ਹੋਈ ਗੱਲ ਹੈ, ਬਲਕਿ ਸਾਨੂੰ ਇਸ ਵੱਡੇ ਪਰਸਪੈਕਟਿਵ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜੀਆਂ ਸਰਕਾਰਾਂ ਹਨ ਤੇ ਜਿਹੜੀਆਂ ਵੱਡੀਆਂ ਸ਼ਾਹੀਆਂ ਹਨ ਕਿਸ ਤਰ੍ਹਾਂ ਐਕਸਪਲੋਇਟ ਕਰਦੀਆਂ ਆਈਆਂ ਹਨ ਤੇ ਲੋਕਾਂ ਨੂੰ ਦੇ ਆਮ ਜੀਵਨ ਨੂੰ ਦੇ ਉੱਤੇ ਕਿਵੇਂ ਅਸਰ ਪਾਉਂਦੀਆਂ ਆਈਆਂ ਤੇ ਕਿਸ ਤਰ੍ਹਾਂ ਦੂਸਰੀ ਗੱਲ ਹੈ ਕਿ ਸਾਨੂੰ ਕਲੋਨੀਅਲ ਮਾਈਂਡ ਨੂੰ ਸਮਝਣਾ ਜਿਹੜਾ ਹੈ ਇਸ ਪੂਰੀ ਮੂਵਮੈਂਟ ਨੂੰ ਤੇ ਇਸ ਪੂਰੀ ਨੀਲ ਟ੍ਰੇਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਸ ਸਾਰੇ ਪਰਸਪੈਕਟਿਵ ਦੇ ਵਿੱਚ ਲੈ ਕੇ, ਤਾਂ ਕਿ ਅਸੀਂ ਜੋ ਫੈਕਟਰਸ ਰਹੇ ਇਹਨਾਂ ਸਾਰੀਆਂ ਗੱਲਾਂ ਨੂੰ ਬਣਨ ਵਿੱਚ ਉਹਨਾਂ ਨੂੰ ਜਾਣ ਸਕੀਏ ਤੇ ਤੁਸੀਂ ਅੱਜ ਦਾ ਜਿਹੜਾ ਆਲ ਦੁਆਲਾ ਹੈ ਇਹਨੂੰ ਵੀ ਸਮਝ ਸਕੀਏ। ਬੰਗਾਲ ਦੀ ਮੂਵਮੈਂਟ ਜਿਹੜੀ ਹੈ ਉਹ ਕਾਮਯਾਬ ਰਹੀ, ਉਹਦੇ ਵਿੱਚ ਜਿਹੜਾ ਗਾਲਿਬਨ ਰਿਓਟ ਕਿਸਾਨਾਂ ਨੂੰ ਕਹਿੰਦੇ ਹਨ, ਮੈਂ ਸਹੀ ਪ੍ਰੋਨਾਊਂਸ ਸ਼ਾਇਦ ਨਹੀਂ ਕਰ ਰਹੀ, ਤੇ ਉਹਨਾਂ ਦੇ ਵਿੱਚ ਜਿਹੜੀ ਕਮਾਲ ਦੀ ਗੱਲ ਹੈ ਉਹ ਹੈ ਉਹਨਾਂ ਦੀ ਸਟਰਗਲ ਦਾ ਸਟਾਈਲ। ਜਿਹੜੇ ਕਿਸਾਨ ਹਨ ਉਹਨਾਂ ਨੇ ਉਹਨਾਂ ਫੈਕਟਰੀਆਂ ਨੂੰ ਅੱਗਾਂ ਵੀ ਲਾਈਆਂ ਜਿੱਥੇ ਨੀਲ ਬਣਦੇ ਹਨ ਤੇ ਉੱਥੇ ਉਹਨਾਂ ਦੇ ਹੱਥ ਵਿੱਚ ਨੇਜ਼ੇ, ਤਲਵਾਰਾਂ ਤੇ ਹਰ ਚੀਜ਼ ਉਹ ਸ਼ੁਰੂ ਵਿੱਚ ਤੇ ਨਾਨ ਵਾਇਲੈਂਟ ਰਿਹਾ ਲੇਕਿਨ ਬਾਅਦ ਵਿੱਚ ਵਾਇਲੈਂਟ ਵੀ ਹੋਇਆ ਤੇ ਫਿਰ ਉਸ ਦੇ ਵਿੱਚ ਉਹਨਾਂ ਨੇ ਕੋਈ ਐਸਾ ਹਥਿਆਰ ਨਹੀਂ ਜਿਹੜਾ ਨਾ ਵਰਤਿਆ ਹੋਵੇ ਉਹਨਾਂ ਦੇ ਖਿਲਾਫ, ਉਹਨਾਂ ਪਲਾਂਟਰਸ ਦੇ ਖਿਲਾਫ ਤੇ ਗਵਰਨਮੈਂਟ ਦੇ ਖਿਲਾਫ ਤੇ ਜਿਸ ਤਰ੍ਹਾਂ ਜੋ ਵੀ ਉਹਨਾਂ ਨੂੰ ਰੋਕਣ ਆਏ। ਤੇ ਦੂਸਰੇ ਨੰਬਰ 'ਤੇ ਇਸ ਮੂਵਮੈਂਟ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਹੈ ਉਹ ਰਿਹਾ ਜ਼ਨਾਨੀਆਂ ਦਾ ਤੇ ਸਵਾਣੀਆਂ ਘਰਾਂ ਦੇ ਬਰਤਨ ਪੈਨ ਸਭ ਕੁਝ ਲੈ ਕੇ ਨਿਕਲ ਆਈਆਂ ਤੇ ਉਹਨਾਂ ਦੇ ਸਾਹਮਣੇ ਡਟ ਕੇ ਖੜੀਆਂ ਹੋ ਗਈਆਂ। ਤੇ ਇਹ ਜਿਹੜਾ ਹੈ ਸਾਰਾ ਕਿਉਂਕਿ ਇੱਥੇ ਜਿਹੜੀਆਂ ਕਿਸਾਨ ਲਹਿਰਾਂ ਹਨ ਉਹ ਲਹਿਰਾਂ ਦਾ ਸਟੱਡੀ ਨਹੀਂ ਕੀਤਾ ਗਿਆ ਸਹੀ। ਉਹਨਾਂ ਦੇ ਨਿਸ਼ਾਨ ਸਾਨੂੰ ਬਹੁਤ ਸੁਣਨ ਨੂੰ ਮਿਲਦਾ ਕਿ ਅਸੀਂ ਤੇ ਰੈਜ਼ਿਸਟ ਹੀ ਨਹੀਂ ਕੀਤਾ, ਸਾਡੇ ਇਸ ਪਾਸੇ ਇਤਨੀ ਰੈਜ਼ਿਸਟੈਂਸ ਹੀ ਨਹੀਂ ਹੋਈ। ਇਹ ਸੱਚ ਨਹੀਂ ਹੈ। ਅਸੀਂ ਵੇਖੀਏ ਤੇ ਪਿੰਡੋਂ ਪਿੰਡ ਕਿਸ ਤਰ੍ਹਾਂ ਜਿਹੜੀ ਪੰਜਾਬ ਵਿੱਚ ਵੀ ਜਿਹੜੀਆਂ ਕਿਸਾਨ ਤਹਿਰੀਕਾਂ ਹਨ ਉਹ ਡਾਕੂਮੈਂਟ ਹੀ ਨਹੀਂ ਹੋਈਆਂ।
ਤੇ ਲੇਕਿਨ ਜਦ ਅਸੀਂ ਵੇਖਣਾ ਸ਼ੁਰੂ ਕਰਨੇ ਆ ਜਾਂ ਫੋਕ ਲਿਟਰੇਚਰ ਵੇਖਣਾ ਸ਼ੁਰੂ ਕਰਨੇ ਆ, ਸਾਨੂੰ ਪਤਾ ਲੱਗਦਾ ਕਿ ਕਿਸ ਤਰ੍ਹਾਂ ਕਿੱਥੇ ਕਿੱਥੇ ਇਹ ਸਾਰੀਆਂ ਲਹਿਰਾਂ ਜਿਹੜੀਆਂ ਹਨ ਚਲੀਆਂ, ਤੇ ਉਹਨਾਂ ਨੇ ਕਿਸ ਤਰ੍ਹਾਂ ਇਤਨੇ ਇਹੋ ਜਿਹੇ ਜਿਹੜੇ ਜ਼ਾਲਮ ਤੇ ਜਬਰ ਵਾਲੇ ਜਿਹੜੇ ਲਾਜ਼ ਹਨ, ਕਾਲੇ ਕਾਨੂੰਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੇ ਚੈਲੰਜ ਕੀਤਾ ਤੇ ਉਹਨਾਂ ਦੇ ਅੱਗੇ ਖੜੇ ਹੋਏ। ਤੇ ਇਹ ਸਾਡੀ ਸਭ ਦੀ ਸਟਰਗਲ ਦੀ ਵੀ ਕਹਾਣੀ ਹੈ। ਤੇ ਜਿਹੜੀ ਤੇ ਇੰਡੀਗੋ ਮੂਵਮੈਂਟ ਤੇ ਬਹੁਤ ਹੀ ਕਮਾਲ ਦੀ ਮੂਵਮੈਂਟ ਹੈ। ਤੇ ਜਿਸ ਤਰ੍ਹਾਂ ਫਿਰ ਅਗਰ ਅਸੀਂ ਲਾਹੌਰ ਤੇ ਵਾਪਸ ਆਈਏ ਤੇ ਲਾਹੌਰ ਦੀ ਟ੍ਰੇਡ ਨੂੰ, ਅਗਰ ਉਹ ਲਾਹੌਰ ਦੀ ਟ੍ਰੇਡ ਜਿਸ ਤਰ੍ਹਾਂ ਮੁਨਾਫਾ ਬਖਸ਼ ਹੈ ਤੇ ਉਸ ਨੂੰ ਕਿਸ ਤਰ੍ਹਾਂ ਡੀਲ ਕੀਤਾ ਗਿਆ, ਇਹ ਇੱਕ ਸਵਾਲ ਹੈ। ਸ਼ਾਹੀਆਂ ਨੇ ਕਿਸ ਤਰ੍ਹਾਂ, ਕੀ ਉਹਨਾਂ ਨੇ ਵੇਖਿਆ ਕਿ ਲੋਕਾਂ ਦੇ ਹਿੱਤ ਵਿੱਚ ਕੀ ਜਾਂਦਾ ਹੈ? ਉਹਨਾਂ ਨੇ ਇਹ ਨਹੀਂ ਵੇਖਿਆ ਕਿ ਇਹ ਟ੍ਰੇਡ ਲੋਕਾਂ ਦੇ ਹਿੱਤ ਵਿੱਚ ਬੈਨੀਫੀਸ਼ੀਅਲ ਹੈ ਕਿ ਨਹੀਂ ਹੈ। ਉਹਨਾਂ ਨੇ ਸਿਰਫ ਆਪਣਾ ਹਿਸਾਬ ਕਿਤਾਬ ਰੱਖਿਆ ਤੇ ਉਹਨਾਂ ਨੇ ਉਸ ਹਿਸਾਬ ਨਾਲ ਇਸ ਟ੍ਰੇਡ ਨੂੰ ਡੀਲ ਕੀਤਾ। ਤੇ ਵਰਨਾ ਇਹ ਟ੍ਰੇਡ ਕਿੰਨੀ ਫੈਲੀ ਹੋਈ ਹੈ। ਉਸ ਤੋਂ ਬਾਅਦ ਆਹਿਸਤਾ ਲਾਹੌਰ ਦੇ ਵਿੱਚ ਉਹ ਟ੍ਰੇਡ ਮੁੱਕਦੀ ਗਈ। ਫਿਰ 19ਵੀਂ ਸਦੀ ਵਿੱਚ ਜਦੋਂ ਬਾਇਰ ਨੇ ਸਿੰਥੈਟਿਕ ਡਾਈ ਬਣਾ ਲਈ ਤੇ ਮਸਨੂਈ ਡਾਈਆਂ ਮਾਰਕੀਟ ਵਿੱਚ ਆ ਗਈਆਂ ਤੇ ਕੱਪੜਾ ਜਿਹੜਾ ਹੈ ਉਹ ਉਸ ਤਰ੍ਹਾਂ ਡਾਈ ਹੋਣ ਲੱਗ ਪਿਆ, ਤੇ ਫਿਰ ਨੈਚੁਰਲ ਡਾਈ ਦੀ ਕਦਰ ਨਹੀਂ ਰਹੀ ਤੇ ਨੀਲ ਦੀ ਟ੍ਰੇਡ ਜਿਹੜੀ ਹੈ ਉਹ ਉਸ ਤਰ੍ਹਾਂ ਨਾ ਰਹੀ। ਪਰ ਅੱਜ ਵੀ ਸਾਡੇ ਸਿੰਧ ਦੇ ਵਿੱਚ, ਮੁਲਤਾਨ ਦੇ ਵਿੱਚ, ਰਾਜਸਥਾਨ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਅੱਜ ਵੀ ਡਾਈ ਜਿਹੜੀ ਹੈ ਉਹ ਇਸਤੇਮਾਲ ਹੁੰਦੀ ਹੈ, ਅਜਰਕਾਂ ਵਿੱਚ ਵੀ ਇਸਤੇਮਾਲ ਹੁੰਦੀ ਹੈ। ਬੰਗਾਲ ਦੇ ਵਿੱਚ ਵੈਸੇ ਡਿਕਲਾਈਨ ਆ ਗਿਆ, ਕਿਉਂਕਿ ਬੰਗਾਲ ਦੇ ਵਿੱਚ ਉਹਨਾਂ ਨੇ ਜਾ ਕੇ ਖਸੂਸੀ ਤੌਰ ਤੇ ਉੱਥੇ ਬੀਜਿਆ ਹੈ ਪਲਾਂਟ, ਕਿਉਂਕਿ ਉਹਨਾਂ ਨੂੰ ਲੋੜ ਆਈ ਹੈ ਸਾਰੇ ਦੀ। ਤੇ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਅਗਰ ਅਸੀਂ ਇਸ ਸਾਰੇ ਰੈਫਰੈਂਸ ਨਾਲ ਵੇਖੀਏ, ਵੈਸੇ ਬਹੁਤ ਸਾਰੇ ਸ਼ਹਿਰਾਂ ਦੇ ਨਾਂ ਅਸੀਂ ਨਹੀਂ ਲਏ, ਅਹਿਮਦਾਬਾਦ ਹੈ ਜਾਂ ਆਗਰਾ ਹੈ ਜਾਂ ਰਾਜਸਥਾਨ, ਹੋਰ ਸਾਰੇ ਬਹੁਤ ਸਾਰੇ ਹੋਰ ਥਾਵਾਂ ਤੇ ਵੀ ਫਿਰ ਉਗਾਇਆ ਗਿਆ ਜਿੱਥੇ ਕਲਾਈਮੇਟ ਜਿਹੜੀ ਹੈ ਉਸਦੇ ਹੱਕ ਵਿੱਚ ਹੈ। ਤੇ ਮੇਰਾ ਖਿਆਲ ਹੈ ਕਿ ਸਾਨੂੰ ਸਟੱਡੀ ਕਰਨਾ ਚਾਹੀਦਾ ਬਰੀਕੀ ਦੇ ਨਾਲ ਇਹਨਾਂ ਸਾਰੀਆਂ ਮੂਵਮੈਂਟਸ ਨੂੰ ਤੇ ਉਹਨਾਂ ਦੇ ਵਿੱਚ, ਤੇ ਇਹ ਵੀ ਕਿ ਫਿਰ ਸਾਨੂੰ ਉਹਦੇ ਵਿੱਚ ਉਹ ਪੂਰੀ ਬਹੁਤ ਹੀ ਜਾਨਦਾਰ ਕਿਸਮ ਦੀ ਲਹਿਰ ਹੈ ਬੰਗਾਲ ਦੀ, ਕਿ ਉਹਦੇ ਵਿੱਚ ਸਾਨੂੰ ਹਰ ਜਿਹੜੀ ਮੇਲ ਹੈ ਉਸ ਦੀ ਨੁਮਾਇੰਦਗੀ ਨਜ਼ਰ ਆਉਂਦੀ ਹੈ ਤੇ ਸਾਰੇ ਲੋਕ ਕਿਸ ਤਰ੍ਹਾਂ ਇਸ ਚੀਜ਼ ਦੇ ਖਿਲਾਫ ਲੜੇ। ਅੱਜ ਵੀ ਅਸੀਂ ਇਹਦੇ ਕੋਲੋਂ ਸਿੱਖ ਸਕਨੇ ਹਾਂ ਇਸ ਸਾਰੀ ਮੂਵਮੈਂਟ ਨੂੰ, ਤੇ ਉਸ ਨੂੰ ਅਗਰ ਅਸੀਂ ਉਸ ਦਾ ਬਰੀਕੀ ਦੇ ਨਾਲ ਉਸ ਨੂੰ ਜਾਣੀਏ, ਬਰੀਕੀ ਦੇ ਨਾਲ ਵੇਖੀਏ, ਤੇ ਅੱਜ ਅਸੀਂ ਆਪਣੀਆਂ ਜਿਹੜੀਆਂ ਪੰਜਾਬ ਦੀਆਂ ਕਰਸਾਨੀ ਦੀਆਂ ਜਿੰਨੀਆਂ ਲਹਿਰਾਂ ਚਲੀਆਂ ਉਹਨਾਂ ਨੂੰ ਵੀ ਵੇਖੀਏ। ਲੇਕਿਨ ਅੱਜ ਸ਼ਾਇਦ ਲੋਕਾਂ ਕੋਲ ਵੇਲ ਨਹੀਂ ਹੈ ਇਹ ਸਭ ਕਰਨ ਦਾ।